ਜੈ ਮਸੀਹ ਦੀ ਸਾਰਿਆਂ ਨੂੰ। Okay, today's my topic is about tongue. ਤੇ ਜਿਹੜਾ ਮੇਰਾ ਅੱਜ ਦਾ ਟੌਪਿਕ ਹੈ ਉਹ ਹੈ ਸਾਡੀ ਜੀਭ। A tongue is a very initial part of a human body. ਜੀਭ ਕਹਿ ਸਕਦੇ ਹਾਂ ਇੱਕ ਖਾਸ ਹਿੱਸਾ ਹੈਗਾ ਸਾਡੇ ਸਰੀਰ ਦਾ। If we cannot have tongue, we cannot able to talk, convey our feeling, our emotions to anybody else. ਤੇ ਜੇ ਸਾਡੇ ਜੀਭ ਨਾ ਹੋਵੇ ਤਾਂ ਅਸੀਂ ਗੱਲ ਨਹੀਂ ਕਰ ਸਕਦੇ ਜਾਂ ਕਿਸੇ ਨੂੰ ਆਪਣੀਆਂ ਦਿਲ ਦੀਆਂ ਭਾਵਨਾਵਾਂ, ਠੀਕ ਹੈ, ਜਾਂ ਜਿਹੜੀਆਂ ਸਾਡੀਆਂ ਫੀਲਿੰਗਸ ਹੁੰਦੀਆਂ, ਸਾਡੇ ਇਮੋਸ਼ਨਸ ਹੁੰਦੇ ਆ, ਉਹ ਨਹੀਂ ਅਸੀਂ ਸ਼ੇਅਰ ਕਰ ਸਕਦੇ ਕਿਸੇ ਨਾਲ। So now we will see what the Bible says about tongue. ਤੇ ਹੁਣ ਅਸੀਂ ਦੇਖਾਂਗੇ ਕਿ ਖੁਦਾ ਦਾ ਵਚਨ ਕੀ ਕਹਿੰਦਾ ਗਾ ਜੀਭ ਦੇ ਬਾਰੇ। First, we will read from Proverbs 18 verse 21. ਅਸੀਂ ਪਹਿਲਾਂ ਪੜਾਂਗੇ ਕਹਾਵਤਾਂ 18 ਦੀ ਵਰਸ ਦੁਬਾਰਾ ਬੋਲਣਾ ਸਿਸਟਰ ਜੀ। 21, 21. ਹਾਂ, ਕਹਾਵਤਾਂ 18 ਦੀ 21 ਵਰਸ ਦੇਖਾਂਗੇ ਅਸੀਂ। It's written here, death and life are in the power of the tongue, and those who love it will eat its fruit. ਤੇ ਜੋ ਕਹਾਵਤਾਂ 21 ਦੀ 18 ਦੀ 21 ਦੇ ਵਿੱਚ ਲਿਖਿਆ ਗਾ, ਅਸੀਂ ਉਹਨੂੰ ਦੇਖਾਂਗੇ ਕਿ ਉੱਥੇ ਖੁਦਾਵੰਦ ਦਾ ਵਚਨ ਕੀ ਕਹਿੰਦਾ ਸਾਡੇ ਲਈ ਕਿ ਮਨੁੱਖ ਦੀ ਜੀਭ ਮੌਤ ਜਾਂ ਜੀਵਨ ਦੇ ਸਕਦੀ ਹੈ। ਆਪਣੇ ਮੂੰਹੋਂ ਕੱਢਣ ਵਾਲੇ ਬੋਲਾਂ ਨੂੰ ਇਹਨਾਂ ਵਿੱਚੋਂ ਕਿਸੇ ਇੱਕ ਨੂੰ ਪਾਉਣ ਲਈ ਤਿਆਰ ਰਹਿਣਾ ਚਾਹੀਦਾ ਹੈ। Okay, another one says Proverbs 21 verse 23. ਤੇ ਉਸ ਤੋਂ ਬਾਅਦ ਅਗਲਾ ਅਸੀਂ ਵਚਨ ਜੋ ਦੇਖਾਂਗੇ ਉਹ ਹੈਗਾ ਕਹਾਵਤਾਂ ਦੀ 21 ਦੇ ਵਿੱਚ 21 ਦੀ 23 ਦੇ ਵਿੱਚ ਜਾਂ 23 ਦੇ ਵਿੱਚ। Whoever keep his mouth and his tongue keep himself out of trouble. ਜੋ ਮਨੁੱਖ ਆਪਣੇ ਆਪ ਨੂੰ ਬਿਪਤਾ ਤੋਂ ਦੂਰ ਰੱਖਣਾ ਚਾਹੁੰਦਾ ਹੈ ਉਹ ਇਸ ਲਈ ਆਪਣਾ ਮੂੰਹ ਬੰਦ ਰੱਖੇ। Another one says in James chapter 1 verse 26. ਉਦੋਂ ਅਗਲਾ ਅਸੀਂ ਵਰਸ ਦੇਖ ਸਕਦੇ ਹਾਂ ਯਾਕੂਬ ਦੀ ਪੱਤਰੀ ਦੇ ਵਿੱਚ ਉਹਦੇ 1 ਦੇ ਵਿੱਚ ਵਰਸ 26. ਹਾਂ 26 ਦੇ ਵਿੱਚ। If anyone think he is a religious and does not bridle his tongue but deceive his heart, this person religious is worthless. ਬੇਸ਼ੱਕ ਕੋਈ ਆਦਮੀ ਆਪਣੇ ਆਪ ਨੂੰ ਧਰਮੀ ਸਮਝੇ ਪਰ ਜੇਕਰ ਉਹ ਆਪਣੇ ਮੂੰਹ ਤੇ ਕਾਬੂ ਨਹੀਂ ਰੱਖ ਸਕਦਾ ਤਾਂ ਉਹ ਆਪਣੇ ਆਪ ਨੂੰ ਧੋਖਾ ਦਿੰਦਾ ਹੈ ਅਤੇ ਉਸ ਦਾ ਧਰਮੀ ਹੋਣਾ ਵੀ ਵਿਅਰਥ ਹੈ। Now we will see here three things that we have a power of life, out of trouble, and a religious man if we keep our tongue out of, or if we tame our tongue. ਇੱਥੇ ਅਸੀਂ ਤਿੰਨ ਚੀਜ਼ਾਂ ਦੇਖ ਸਕਦੇ ਹਾਂ ਕਿ ਸਾਡੀ ਜੀਭ ਦੇ ਵਿੱਚ ਜੀਵਨ ਜਾਂ ਮੌਤ ਦੀ ਸ਼ਕਤੀ ਹੈ, ਠੀਕ ਹੈ, ਉਹ ਸਾਨੂੰ ਬਿਪਤਾ ਤੋਂ ਬਾਹਰ ਕੱਢ ਸਕਦੀ ਹੈ ਤੇ ਸਾਨੂੰ ਧਰਮੀ ਬਣਾ ਸਕਦੀ ਹੈ ਸਾਡੀ ਜੀਭ। Hallelujah. So now we will see in James, in the book of James chapter 3. ਅਸੀਂ ਦੇਖਾਂਗੇ ਯਾਕੂਬ ਦੀ ਪੱਤਰੀ ਉਸ ਦੇ 3 ਚੈਪਟਰ ਦੇ ਵਿੱਚ। And we will read some verses in from this. ਤੇ ਅਸੀਂ ਕੁਝ ਜਿਹੜੇ ਵਰਸ ਹੈ ਉਹ ਪੜਾਂਗੇ। We will start from verse 3. James chapter 3 from verse 3. ਅਸੀਂ ਦੇਖਾਂਗੇ ਯਾਕੂਬ ਦੀ ਪੱਤਰੀ 3 ਦੀ 3 ਦੇ ਵਿੱਚ। Now, okay, when we put bit into the mouth of horses to make them obey us, we can turn the whole animal. ਇੱਥੇ ਲਿਖਿਆ ਹੋਇਆ ਕਿ ਅਸੀਂ ਘੋੜੇ ਨੂੰ ਕਾਬੂ ਵਿੱਚ ਰੱਖਣ ਲਈ ਉਸਦੇ ਮੂੰਹ ਵਿੱਚ ਲਗਾਮ ਪਾ ਦਿੰਦੇ ਆ ਤੇ ਅਸੀਂ ਫਿਰ ਉਸ ਨੂੰ ਜਿਸ ਪਾਸੇ ਚਾਹੀਏ ਮੋੜ ਸਕਦੇ ਹਾਂ। Or take sheep. Sheep has an example. Although they are so large and are driven by strong wind, they are steered by a very small rudder wherever the pilot wants to go. ਤੇ ਇਸ ਤਰ੍ਹਾਂ ਚਲੋ ਸਮੁੰਦਰੀ ਜਹਾਜ਼ ਨੂੰ ਵੀ ਇੱਕ ਉਦਾਹਰਨ ਦੀ ਤਰ੍ਹਾਂ ਲੈ ਸਕਦੇ ਹੋ। ਬੇਸ਼ੱਕ ਉਹ ਬਹੁਤ ਵੱਡਾ ਹੁੰਦਾ ਹੈ ਤੇ ਤੇਜ਼ ਹਵਾ ਨਾਲ ਚੱਲਦਾ ਹੈ ਪਰ ਫਿਰ ਵੀ ਇੱਕ ਛੋਟੀ ਜਿਹੀ ਪਤਵਾਰ ਰਾਹੀਂ ਮਲਾਹ ਹੈ ਜੋ ਉਸ ਨੂੰ ਚਲਾਉਣ ਵਾਲਾ ਜਿਸ ਪਾਸੇ ਮਰਜ਼ੀ ਲੈ ਜਾਂਦਾ ਹੈ। In verse 5 it says, likewise the tongue is a small part of the body, but it makes great boast. Consider what a great forest is set on fire by a small spark. ਤੇ 5ਵੇਂ ਵਰਸ ਦੇ ਵਿੱਚ ਲਿਖਿਆ ਹੋਇਆ ਕਿ ਇਹੋ ਹਾਲ ਜੀਭ ਦਾ ਵੀ ਹੈ। ਬੇਸ਼ੱਕ ਹੁੰਦੀ ਤਾਂ ਛੋਟੀ ਜਿਹੀ ਹੈ ਪਰ ਗੱਲਾਂ ਬਹੁਤ ਵੱਡੀਆਂ ਵੱਡੀਆਂ ਕਰਦੀ। ਜੰਗਲ ਕਿੰਨਾ ਵੱਡਾ ਹੁੰਦਾ ਹੈ ਪਰ ਛੋਟੀ ਜਿਹੀ ਅੱਗ ਦੀ ਚਿੰਗਾਰੀ ਉਸ ਨੂੰ ਸਾੜ ਦਿੰਦੀ ਹੈ। Verse 6 says,
The tongue is also a fire, a word of evil among the part of the good. It corrupt the whole person, set the whole course of his life on fire, and it itself set on fire by hell. ਤੇ 6ਵੇਂ ਵਰਸ ਦੇ ਵਿੱਚ ਲਿਖਿਆ ਹੈ ਕਿ ਜੀਵ ਵੀ ਅੱਗ ਦੀ ਤਰ੍ਹਾਂ ਹੈ ਜਿਸ ਵਿੱਚ ਬੁਰਾਈ ਦਾ ਪੂਰਾ ਸੰਸਾਰ ਹੈ ਅਤੇ ਸਾਡੇ ਸਰੀਰ ਦੇ ਅੰਗਾਂ ਵਿੱਚ ਜੀਵ ਇੱਕ ਛੋਟਾ ਜਿਹਾ ਅੰਗ ਹੈ ਜੋ ਸਾਡੇ ਸਰੀਰ ਨੂੰ ਭ੍ਰਸ਼ਟ ਕਰਦਾ ਹੈ ਅਤੇ ਆਪਣੀ ਅੱਗ ਨਰਕ ਕੁੰਡ ਵਿੱਚ ਪ੍ਰਾਪਤ ਕਰਦੀ ਹੈ ਅਤੇ ਇਹ ਸਾਡੇ ਸਰੀਰ ਨੂੰ ਅੱਗ ਵਿੱਚ ਘੇਰੇ ਰੱਖਦੀ ਹੈ। So now we will see from verse 9, it says here, with the tongue we praise our Lord and Father, and with it we curse men who have been made in God's likeness. Out of the same mouth we come praise and cursing. My brother, this should not be. Note thus. ਤੇ 9 ਵਰਸ ਦੇ ਵਿੱਚ ਦੇਖਾਂਗੇ ਕਿ ਅਸੀਂ ਇਸ ਦੇ ਨਾਲ ਆਪਣੇ ਪ੍ਰਭੂ ਪਿਤਾ ਦੀ ਉਸਤਤ ਕਰਦੇ ਹਾਂ ਅਤੇ ਫਿਰ ਇਸ ਦੇ ਨਾਲ ਮਨੁੱਖ ਜੋ ਪਰਮੇਸ਼ਵਰ ਦੇ ਸਰੂਪ ਤੇ ਬਣਾਇਆ ਗਿਆ ਹੈ ਨੂੰ ਸ਼ਰਾਪ ਦਿੰਦੇ ਹਾਂ। ਇਸ ਤਰ੍ਹਾਂ ਇੱਕ ਮੂੰਹ ਵਿੱਚੋਂ ਉਸਤਤ ਅਤੇ ਸ਼ਰਾਪ ਦੋਨੇ ਨਿਕਲਦੇ ਹਨ ਪਰ ਮੇਰੇ ਭਰਾਵੋ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। We can see here the writer is saying that with the same mouth we are praising the Lord our Father, and with the same mouth we are cursing our brother who make Lord in his own image. ਇੱਥੇ ਅਸੀਂ ਦੇਖ ਸਕਦੇ ਹਾਂ ਕਿ ਯਾਕੂਬ ਦੀ ਪੱਤਰੀ ਵਿੱਚ ਕੀ ਲਿਖਿਆ ਜਾ ਰਿਹਾ ਕਿ ਅਸੀਂ ਉਸੇ ਜੀਵ ਨਾਲ ਤਾਂ ਪਰਮੇਸ਼ਵਰ ਦੀ ਆਰਾਧਨਾ ਉਸਤਤ ਕਰਦੇ ਹਾਂ ਤੇ ਉਸੇ ਜੀਵ ਨਾਲ ਅਸੀਂ ਆਪਣੇ ਭਰਾ ਨੂੰ ਕਹਿ ਲਓ ਜੋ ਅਸੀਂ ਇੱਕ ਮਸੀਹ ਦੇ ਵਿੱਚ ਭੈਣ ਭਰਾ ਲਾ ਲਓ ਜਾਂ ਇੱਕ ਸਕੇ ਤੌਰ ਤੇ ਵੀ ਅਸੀਂ ਉਹਨਾਂ ਨੂੰ ਬੁਰਾ ਭਲਾ ਬੋਲਦੇ ਹਾਂ ਤੇ ਇਹ ਦੋਨੇ ਚੀਜ਼ਾਂ ਇਕੱਠੀਆਂ ਨਹੀਂ ਹੋ ਸਕਦੀਆਂ। In our face we are praising each other, but when we are in our backside we are biting each other. ਕਿਉਂਕਿ ਖੁਦਾ ਨੇ ਸਾਨੂੰ ਆਪਣੇ ਸਵਰੂਪ ਦੇ ਵਿੱਚ ਬਣਾਇਆ ਤੇ ਮੂੰਹ ਦੇ ਅਸੀਂ ਸਾਹਮਣੇ ਜਦੋਂ ਇੱਕ ਦੂਜੇ ਦੇ ਸਾਹਮਣੇ ਹੁੰਨੇ ਆ ਤਾਂ ਅਸੀਂ ਬੜਾ ਕੁਝ ਕਹਿੰਦੇ ਇੱਕ ਦੂਜੇ ਬਾਰੇ ਚੰਗਾ, ਪਰ ਜਦੋਂ ਅਸੀਂ ਉਹਦੇ ਮੂੰਹ ਤੇ ਨਹੀਂ ਹੁੰਦੇ ਕਿਸੇ ਦੇ ਤਾਂ ਉਹਦੀ ਪਿੱਠ ਪਿੱਛੇ ਅਸੀਂ ਬੜੀ ਕੜਵਾਹਟ ਹੈ ਕਿਹੜੀ ਠੀਕ ਹੈ ਅਸੀਂ ਉਹਦੇ ਬਾਰੇ ਕੱਢਦੇ ਆ, ਉਹਦੇ ਬਾਰੇ ਬੁਰਾ ਭਲਾ ਬੋਲਦੇ ਆ। We can judge a person if the person in front of you is praising another person. It's an example or it's an reflection that he is also praising other person. He is also praising you about other person. ਤੇ ਜੇ ਕੋਈ ਬੰਦਾ ਤੁਹਾਡੇ ਸਾਹਮਣੇ ਆ ਕੇ ਕਿਸੇ ਦੀ ਵਡਿਆਈ ਕਰ ਰਿਹਾ ਤਾਂ ਇਹ ਇੱਕ ਅਸੀਂ ਉਦਾਹਰਨ ਤੌਰ ਤੇ ਲੈ ਸਕਦੇ ਕਿ ਹੋ ਸਕਦਾ ਹੈ ਕਿ ਜੇ ਉਹ ਦੂਸਰੇ ਦੇ ਕੋਲ ਜਾਵੇਗਾ ਤਾਂ ਉਹ ਤੁਹਾਡੀ ਵੀ If the person is gossiping about other person to you, he will also gossiping about you to other person. ਪਰ ਜੇ ਉਹ ਇਨਸਾਨ ਤੁਹਾਡੇ ਕੋਲ ਆ ਕੇ ਕਿਸੇ ਬਾਰੇ ਬੁਰਾ ਭਲਾ ਬੋਲ ਰਿਹਾ ਜਾਂ ਉਹਦੀ ਚੁਗਲੀ ਨਿੰਦਿਆ ਕਰ ਰਿਹਾ ਤਾਂ ਉਹੀ ਚੀਜ਼ ਉਹ ਤੁਹਾਡੇ ਬਾਰੇ ਦੂਸਰਿਆਂ ਕੋਲ ਜਾ ਕੇ ਕਰੇਗਾ। So it is a reflection of a person how it is. ਇਹ ਅਸੀਂ ਦੇਖ ਸਕਦੇ ਹਾਂ ਇੱਕ ਝਲਕ ਹੈ ਉਸ ਇਨਸਾਨ ਦੀ ਕਿ ਉਹ ਕਿਸ ਤਰ੍ਹਾਂ ਦਾ ਹੈ। Sometimes Pastor Daigo also used to say these words very nicely. He said, if you are a cheerful person, if you are happy, if you are talking to everybody, if you are a very nice words coming to your mouth, everybody likes to around you, everybody likes your company and they want to be your friend. ਜਿਸ ਤਰ੍ਹਾਂ ਸਿਸਟਰ ਨੇ ਕਿਹਾ ਕਿ ਪਾਸਟਰ ਡਿਆਗੋ ਜਦੋਂ ਵੀ ਸਾਡੇ ਵਿਚਕਾਰ ਹੁੰਦੇ ਆ ਤਾਂ ਉਹ ਇੱਕ ਖਾਸ ਗੱਲ ਦਾ ਇਸਤੇਮਾਲ ਕਰਦੇ ਹੋ ਕਿ ਜੇ ਤੁਸੀਂ ਖੁਸ਼ ਮਿਜ਼ਾਜ ਇਨਸਾਨ ਹੋ ਠੀਕ ਹੈ ਇੱਕ ਅੱਛਾ ਬੋਲਣ ਵਾਲੇ ਇਨਸਾਨ ਹੋ ਠੀਕ ਹੈ ਤੇ ਸਾਰਿਆਂ ਨਾਲ ਹੱਸਦੇ ਖੇਡਦੇ ਹੋ ਠੀਕ ਹੈ ਤਾਂ ਕੀ ਆ ਲੋਕ ਤੁਹਾਡੇ ਆਲੇ ਦੁਆਲੇ ਰਹਿਣਾ ਪਸੰਦ ਕਰਨਗੇ ਉਹ ਤੁਹਾਡੇ ਨਾਲ ਦੋਸਤੀ ਕਰਨਾ ਪਸੰਦ ਕਰਨਗੇ। Or if you are abusing every time angry or you are using abused language, nobody likes to around you. ਪਰ ਜੇ ਤੁਸੀਂ ਉਸੇ ਕਹਿ ਲਓ ਵੀ ਕਿਸੇ ਨੂੰ ਬੁਰਾ ਭਲਾ ਬੋਲ ਰਹੇ ਹੋ ਠੀਕ ਹੈ ਜਾਂ ਗੁੱਸੇ ਦੇ ਵਿੱਚ ਰਹਿੰਦੇ ਹੋ ਠੀਕ ਹੈ ਜਾਂ ਗਾਲੀ ਗਲੋਚ ਕਰ ਰਹੇ ਹੋ ਆਪਣੀ ਜ਼ੁਬਾਨ ਤੋਂ ਤਾਂ ਤੁਹਾਡੇ ਆਲੇ ਦੁਆਲੇ ਕੋਈ ਵੀ ਆਉਣਾ ਪਸੰਦ ਨਹੀਂ ਕਰੇਗਾ। So we also see about Jesus Christ what he said about the tongue. ਤੇ ਅਸੀਂ ਦੇਖਾਂਗੇ ਕਿ ਜੋ ਮਸੀਹਤ ਹੈ ਉਹ ਜ਼ੁਬਾਨ ਬਾਰੇ ਕੀ ਆਦੀ ਹੈ ਯਿਸੂ ਮਸੀਹ ਜੀ ਕ੍ਰਾਈਸਟ। It's written in Matthew chapter 12 verse 36. ਤੇ ਮਤੀ 12:36 ਦੇ ਵਿੱਚ ਲਿਖਿਆ ਗਿਆ ਹੈਗਾ। It says from 36, but I tell you that men will have to give account on the day of judgment for every careless word they have spoken. By
your word you will be acquitted, and by your words you will be condemned. ਤੇ ਅਸੀਂ ਦੇਖਾਂਗੇ ਮਤੀ 12 ਦੀ 36 ਦੇ ਵਿੱਚ ਕੀ ਲਿਖਿਆ ਗਿਆ। ਖੁਦਾਵੰਦ ਕਹਿੰਦਾ ਹੈ ਕਿ ਮੈਂ ਤੁਹਾਨੂੰ ਦੱਸਦਾ ਹਾਂ ਕਿ ਨਿਆਂ ਵਾਲੇ ਦਿਨ ਹਰ ਇੱਕ ਆਦਮੀ ਨੂੰ ਆਪਣੇ ਮੂੰਹ ਵਿੱਚੋਂ ਨਿਕਲੇ ਹਰ ਇੱਕ ਬੁਰੇ ਸ਼ਬਦ ਦਾ ਹਿਸਾਬ ਦੇਣਾ ਪਵੇਗਾ, ਕਿਉਂਕਿ ਤੁਹਾਡੇ ਸ਼ਬਦਾਂ ਦੇ ਆਧਾਰ ਤੇ ਹੀ ਤੁਹਾਡਾ ਨਿਆਂ ਹੋਵੇਗਾ। ਇਹਨਾਂ ਦੁਆਰਾ ਹੀ ਤੁਹਾਨੂੰ ਦੋਸ਼ੀ ਜਾਂ ਨਿਰਦੋਸ਼ੀ ਠਹਿਰਾਇਆ ਜਾਵੇਗਾ। Hallelujah. So here we will see Bible says, Lord Jesus Christ said, if you said raka to your brother, you will be condemned to the hell of fire. ਤੇ ਇੱਥੇ ਦੇਖ ਸਕਦੇ ਆ ਕਿ ਪ੍ਰਭੂ ਯਿਸੂ ਮਸੀਹ ਕੀ ਕਹਿੰਦੇ ਆ ਕਿ ਜੇ ਤੂੰ ਆਪਣੇ ਭਰਾ ਬਾਰੇ ਬੁਰਾ ਭਲਾ ਬੋਲਦਾਗਾ, ਠੀਕ ਹੈ, ਤੇ ਤੈਨੂੰ ਦੋਸ਼ੀ ਠਹਿਰਾਇਆ ਜਾਵੇਗਾ ਤੇ ਤੂੰ ਉਸ ਨਰਕ ਦੀ ਅੱਗ ਵਿੱਚ ਸੁੱਟਿਆ ਜਾਵੇਗਾ। Raka means like pagal, we can say in Hindi. ਹਾਂ, ਪਾਗਲ ਕਹਿ ਸਕਦੇ। ਜੇ ਤੂੰ ਆਪਣੇ ਭਰਾ ਨੂੰ ਪਾਗਲ ਸਮਝਦਾ ਨਾ ਤਾਂ ਤੂੰ ਕਹਿ ਲਓ ਵੀ ਨਰਕ ਦੀ ਅੱਗ ਵਿੱਚ ਸੁੱਟਿਆ ਜਾਵੇਗਾ। So from this we can understand how useful or how valuable our tongue. We use it in a very good way. Then we will stand firm in front of the judgment day. ਤੇ ਅਸੀਂ ਦੇਖ ਸਕਦੇ ਹਾਂ ਕਿ ਜੀਭ ਕਿੰਨੇ ਅੱਛੇ ਤਰੀਕੇ ਨਾਲ ਅਸੀਂ ਉਸ ਨੂੰ ਇਸਤੇਮਾਲ ਕਰਨਾ ਹੈ, ਠੀਕ ਹੈ, ਕਿਸ ਤਰ੍ਹਾਂ ਅਸੀਂ ਉਸ ਨੂੰ ਇਸਤੇਮਾਲ ਕਰਨਾ ਹੈ, ਕਿਉਂਕਿ ਅੰਤ ਦੇ ਦਿਨਾਂ ਦੇ ਵਿੱਚ, ਠੀਕ ਹੈ, ਇੱਕ ਦਿਨ ਅਸੀਂ ਉਸ ਖੁਦਾ ਦੇ ਸਾਹਮਣੇ ਨਿਆਂ ਦੇ ਲਈ ਖੜੇ ਹੋਣਾ ਹੈ। So I just want to encourage everybody, when we speak, we must praise, appreciate, encourage, and lovely words to each other, so we can spread love toward each other. ਤੇ ਮੈਂ ਸਾਰਿਆਂ ਨੂੰ ਇੱਕੋ ਹੀ ਉਤਸ਼ਾਹ ਦੇਣਾ ਚਾਹਾਂਗੀ ਕਿ ਜਦੋਂ ਅਸੀਂ ਇੱਕ ਦੂਜੇ ਨੂੰ ਮਿਲੀਏ ਤੇ ਸਾਡਾ ਫਰਜ਼ ਹੈ ਕਿ ਅਸੀਂ ਹਰ ਇੱਕ ਨਾਲ ਅੱਛੀ ਤਰ੍ਹਾਂ ਨਾਲ ਬੋਲੀਏ, ਠੀਕ ਹੈ, ਕਿਸੇ ਨੂੰ ਬੁਰਾ ਭਲਾ ਨਾ ਕਹੀਏ। We can praise, ਹਾਂ, ਅਸੀਂ ਉਸਤਤ ਕਰਨੀ ਹੈ, appreciate, ਅਸੀਂ ਉਸ ਦੇ ਲਈ ਚੰਗਾ ਮਹਿਸੂਸ ਕਰਨਾ। ਐਪਰੀਸ਼ੀਏਟ ਦਾ ਮਤਲਬ ਹੈ ਕਹਿ ਲਓ ਕਿਸੇ ਨੂੰ ਤਸੱਲੀ ਦੇਣੀ ਹੈ, encourage, ਉਤਸ਼ਾਹ ਕਰਨਾਗਾ and happy. ਤੇ ਖੁਸ਼ ਰਹਿਣਾਗਾ। Hallelujah. ਹਾਲੇਲੂਇਆ। So I will finish with this last line, that the Bible says we are not perfect, but Jesus Christ said, do the right thing and be perfect as our heavenly Father is perfect. ਤੇ ਮੈਂ ਲਾਸਟ ਇੱਕੋ ਗੱਲ ਕਹਿਣਾ ਚਾਹਾਂਗੀ ਕਿ ਸਾਡੇ ਵਿੱਚੋਂ ਕੋਈ ਵੀ ਪਰਫੈਕਟ ਨਹੀਂ ਹੈ, ਪੂਰਾ ਨਹੀਂ ਹੈ, ਪਰ ਖੁਦਾਵੰਦ ਕਹਿੰਦਾਗਾ ਕਿ ਹਰ ਇੱਕ ਚੀਜ਼ ਨੂੰ ਸਹੀ ਕਰਨ ਦੀ ਕੋਸ਼ਿਸ਼ ਕਰੋ ਤਾਂ ਜੋ ਤੁਸੀਂ ਉਸ ਖੁਦਾਵੰਦ ਯਹੋਵਾ ਦੇ ਸਾਹਮਣੇ, ਪਿਤਾ ਪਰਮੇਸ਼ਵਰ ਦੇ ਸਾਹਮਣੇ ਸਹੀ ਠਹਿਰਾਏ ਜਾਓ। Because it is very necessary for us to use our tongue very well. ਇਹ ਬਹੁਤ ਜ਼ਰੂਰੀ ਹੈ ਸਾਡੇ ਲਈ ਕਿ ਅਸੀਂ ਸਾਡੀ ਜੀਭ ਦਾ ਜਿਹੜਾ ਇਸਤੇਮਾਲ ਹੈ ਬਹੁਤ ਅੱਛੇ ਤਰੀਕੇ ਨਾਲ ਕਰੀਏ। Praise God, so He will please with us. ਤੇ ਕਿ ਅਸੀਂ ਇਸ ਦੇ ਨਾਲ ਉਸ ਦੀ ਮਹਿਮਾ ਕਰੀਏ ਤਾਂ ਜੋ ਸਾਡੇ ਨਾਲ ਖੁਸ਼ ਹੋਵੇ। Hallelujah. Amen. Thank you so much. Amen. Amen. ਬਹੁਤ ਵਧੀਆ ਕੀਤਾ ਤੁਸੀਂ।